ਸਰਗਰਮੀਆਂ ਬਹੁਤ ਘੱਟ ਨਜ਼ਰ ਆ ਰਹੀਆਂ ਨੇ ਜਾਂ ਫਿਰ ਇਹ ਕਹਿ ਲਈਏ ਕਿ ਨਾ ਦੇ ਬਰਾਬਰ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਜਿਹੜੇ ਜਿਨ੍ਹਾਂ ਦੇ ਵਿੱਚੋਂ ਹੀ ਪ੍ਰਧਾਨ ਚੁਣਿਆ ਜਾਂਦਾ, ਉਹ ਜਿਹੜੇ ਜ਼ਿਆਦਾ ਫੇਮਸ ਚਿਹਰੇ ਨੇ ਉਹ ਸਿਆਸਤ ਦੇ ਵਿੱਚ ਵੀ ਪੈਰ ਧਰਾਵਾ ਰੱਖਦੇ ਆ। ਜ਼ਿਆਦਾਤਰ ਜਿਹੜੇ ਦਾਅਵੇਦਾਰ ਨੇ ਉਹ ਦੁਬਿਧਾ 'ਚ ਨੇ। ਉਹ ਚਾਹੁੰਦੇ ਆ ਕਿ ਜੇ ਸਾਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦਾਅਵੇਦਾਰੀ 'ਚ ਪੈ ਗਏ, ਦੌੜ 'ਚ ਪੈ ਗਏ, ਤੇ ਵਿਧਾਨ ਸਭਾ ਦੀ ਦਾਅਵੇਦਾਰੀ ਜਿਹੜੀ ਹੈ ਸਾਡੀ ਉਹ ਵੀ ਮੱਧਮ ਹੋ ਜਾਏ। ਦੋਹਾਂ ਬੇੜੀਆਂ ਦੇ ਵਿੱਚ ਪੈਰ ਫਸਾਏ ਹੋਏ ਨੇ। ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ, ਉਹ ਪਹਿਲਾਂ 3 ਸਾਲ ਪ੍ਰਧਾਨ ਰਹੇ ਲਗਾਤਾਰ। ਬਿਲਕੁਲ। ਉਹ ਇਸ ਵਾਰ ਵਿਧਾਨ ਸਭਾ ਚੋਣਾਂ ਉਹਨਾਂ ਨੂੰ ਟਿਕਟ ਮਿਲ ਚੁੱਕੀ ਹੈ ਤੇ ਇਸ ਤਰ੍ਹਾਂ ਹੋਰ ਵੀ ਕਾਫੀ ਉਮੀਦਵਾਰ ਜਿਹੜੇ ਆ ਉਹ ਵਿਧਾਨ ਸਭਾ ਚੋਣਾਂ ਜ਼ਿਆਦਾ ਲੜਨ ਦੇ ਇੱਛੁਕ ਨੇ। ਤੁਹਾਨੂੰ ਕੀ ਲੱਗਦਾ, ਕਿਉਂਕਿ ਹਰੇਕ ਵਾਰ ਨਾ ਜਦੋਂ ਐਸਜੀਪੀਸੀ ਦੀਆਂ ਚੋਣਾਂ ਆਉਂਦੀਆਂ ਕਹਿੰਦੇ ਨੇ ਕਿ ਜਿਹੜਾ ਪ੍ਰਧਾਨ ਹੈ ਐਸਜੀਪੀਸੀ ਦਾ ਉਹ ਅਕਾਲੀਆਂ ਦੀ ਜਿਹੜੀ ਬੰਦ ਲਿਫਾਫੇ ਦੇ ਵਿੱਚੋਂ ਨਿਕਲਦਾ ਜਾਂ ਫਿਰ ਬੰਦ ਚਿੱਠੀ ਵਿੱਚੋਂ ਨਿਕਲਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹਰ ਸਾਲ ਹੁੰਦੀ ਹੈ, ਉਹ ਅਕਾਲੀ ਦਲ ਬਾਦਲ ਜਿਹੜਾ ਉਹਦੇ ਤੇ ਬਹੁਮਤ ਹੈ ਉਹਦਾ, ਉਹ ਆਪਣੀ ਮਰਜ਼ੀ ਦੇ ਨਾਲ ਚੁਣਦਾ, ਚਾਹੇ ਉਹਨੂੰ ਲਿਫਾਫਾ ਕਲਚਰ ਕਹਿ ਲਓ, ਚਾਹੇ ਉਹਨੂੰ ਪਰਚੀ ਕਲਚਰ ਕਹਿ ਲਓ, ਕੁਝ ਵੀ ਕਹਿ ਲਓ। ਉਹਦੇ ਵਿਰੋਧ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਕੀਤੇ ਜਾਂਦੇ ਰਹੇ, ਜਿਹੜੇ ਵਿਰੋਧੀ ਪੰਥਕ ਦਲਾਂ ਵੱਲੋਂ, ਤਾਂ ਉਹ VOTING ਦੇ ਦੁਆਰਾ, ਜਿੱਦਾਂ ਬੀਬੀ ਜਗੀਰ ਕੌਰ ਵੀ VOTING ਦੁਆਰਾ ਬਣੇ ਸੀਗੇ। ਇਹ ਮਹੱਤਵਪੂਰਨ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੇ ਵਿੱਚ ਕਿੰਨੇ ਮੈਂਬਰ ਕਿਹੜੀ ਪਾਰਟੀ ਦੇ ਆ। ਜਦੋਂ ਬਹੁਮਤ ਅਕਾਲੀ ਦਲ ਬਾਦਲ ਕੋਲ ਆ ਤਾਂ ਉਹ ਫਿਰ ਲਿਫਾਫਾ ਵੀ ਕੱਢ ਸਕਦਾ, ਪਰਚੀ ਵੀ ਕੱਢ ਸਕਦਾ, VOTING ਵੀ ਕਰਾ ਸਕਦਾ, ਬਹੁਮਤ ਉਹਨਾਂ ਦਾ ਹੀ। ਕੀ ਲੱਗਦਾ ਐਸਜੀਪੀਸੀ ਦੇ ਵਿੱਚ ਵੀ ਹੁਣ ਇਹ ਜਿਹੜਾ ਦਲਿਤ ਕਾਰਡ ਹੈ ਇਹ ਖੇਡਿਆ ਜਾਵੇਗਾ? ਪਰ ਇਹ ਚੀਜ਼ ਮੈਂ ਸਮਝਦਾ ਕਿ ਮੰਦਭਾਗੀ ਹੈ। ਜੇ ਅਕਾਲੀ ਦਲ ਇਹੋ ਜਿਹਾ ਪੱਤਾ ਖੇਡਦਾ ਤਾਂ ਆਉਣ ਵਾਲੇ ਸਮੇਂ 'ਚ ਸਿੱਖ ਸੰਸਥਾਵਾਂ ਦੇ ਵਿੱਚ ਜਿਹੜਾ ਇੱਕ ਨਿਘਾਰ ਦਾ ਇੱਕ ਨਵਾਂ ਦਰਵਾਜ਼ਾ ਖੁੱਲ੍ਹੇਗਾ। ਸਮੁੱਚੀ ਸਿੱਖ ਰਾਜਨੀਤੀ ਦੇ ਵਿੱਚ ਜਿਹੜਾ ਉਹ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੈ। ਇਸੇ ਕਰਕੇ ਹੀ ਜਿਹੜਾ ਅਕਾਲੀ ਦਲ ਆ, ਅਕਾਲੀ ਦਲ ਬਹੁਤ ਜ਼ਿਆਦਾ ਆਲੋਚਨਾਵਾਂ ਦਾ ਸ਼ਿਕਾਰ ਹੋ ਰਿਹਾ, ਪਰ ਇਸ ਦੇ ਬਾਵਜੂਦ ਅਕਾਲੀ ਦਲ ਦਾ ਕੋਈ ਸਿੱਖ ਰਾਜਨੀਤੀ ਵਿੱਚ ਬਦਲ ਕਿਉਂ ਨਹੀਂ ਉੱਠ ਰਿਹਾ? ਸਿੱਖਾਂ ਦੇ ਕੋਲ ਇਹੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜੀ ਸੰਸਥਾ ਆ ਜੋ ਵੋਟਾਂ ਦੁਆਰਾ ਚੁਣੀ ਜਾਂਦੀ ਹੈ ਜੀ। ਪਰ ਮੈਂ ਕਹਿੰਦਾ ਕਿ ਹੋਰ ਕਿਸੇ ਵੀ ਧਰਮ ਦੇ ਵਿੱਚ, ਬੋਧੀ, ਪਾਰਸੀ, ਹਿੰਦੂ, ਮੁਸਲਿਮ, ਈਸਾਈ, ਕਿਸੇ ਵੀ ਧਰਮ ਦੇ ਵਿੱਚ ਵੇਖ ਲਓ, ਕਿਸੇ ਦੇ ਵੀ ਧਰਮ ਦੀ ਜਿਹੜੀ ਬੋਡੀ ਆ ਉਹ ਵੋਟਾਂ ਰਾਹੀਂ ਨਹੀਂ ਬਣਦੀ। ਸਿੱਖਾਂ ਦੀ ਹੀ ਕਿਉਂ ਬਣਦੀ ਹੈ? ਔਰ ਇਹ VOTING ਵੀ ਜਿਹੜੀ ਆ ਉਹ ਸਿੱਖਾਂ ਦਾ ਜੂੜਾ ਜਿਹੜਾ ਸੈਂਟਰ ਸਰਕਾਰ ਦੇ ਹੱਥ ਆ। ਜਦੋਂ ਚਾਹੇ ਉਦੋਂ ਹੀ VOTING ਹੋਏਗੀ, ਨਹੀਂ ਤੇ ਨਹੀਂ ਹੋਏਗੀ। ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਸਤਵਿੰਦਰ ਸਿੰਘ ਰੰਧਾਵਾ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ ਤੇ ਵਿਧਾਨ ਸਭਾ ਦੀਆਂ ਚੋਣਾਂ ਐਸਜੀਪੀਸੀ ਦੀ ਚੋਣਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਨੇ, ਉਸ ਬਾਰੇ ਵਿਚਾਰ ਚਰਚਾ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਉੱਘੀ ਸ਼ਖਸੀਅਤ ਤੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਜੀ, ਜੋ ਕਿ ਪੰਥਕ ਮਸਲਿਆਂ ਦੇ ਉੱਤੇ ਵੀ ਵਿਚਾਰ ਰੱਖਦੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਤੁਹਾਡਾ ਜੀ। ਤਲਵਿੰਦਰ ਸਿੰਘ ਬੁੱਟਰ ਜੀ, ਤੁਹਾਡੀ ਸੂਝ-ਬੂਝ, ਤੁਹਾਡੇ ਵਿਚਾਰ ਕੀ ਕਹਿੰਦੇ ਨੇ ਕਿ ਹੁਣ ਐਸਜੀਪੀਸੀ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ ਤੇ ਨਾਲ ਹੀ ਵਿਧਾਨ ਸਭਾ ਚੋਣਾਂ ਦੀਆਂ ਜਿਹੜੀਆਂ ਤਰੀਕਾਂ ਨੇ ਉਹ ਵੀ ਅੱਗੇ ਵਧਦੀਆਂ ਨਜ਼ਰ ਆ ਰਹੀਆਂ ਨੇ। ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਨੇ ਚੋਣਾਂ ਜਿਹੜੀਆਂ ਐਸਜੀਪੀਸੀ ਦੀਆਂ ਨੇ? ਦੇਖੋ, ਐਸਜੀਪੀਸੀ ਦੀ ਜਿਹੜੀ ਸਾਲਾਨਾ ਚੋਣ ਇਜਲਾਸ 29 ਨਵੰਬਰ ਨੂੰ ਹੋਣਾ ਹੈ, ਉਸ ਦਾ ਅਨਾਉਂਸ ਹੋ ਚੁੱਕਿਆ ਆ ਤੇ ਤਕਰੀਬਨ 10-15 ਦਿਨ ਹੀ ਰਹਿ ਗਏ ਆ ਜੀ। ਇਹਦੀਆਂ ਸਰਗਰਮੀਆਂ ਜਿਹੜੀਆਂ ਇਸ ਵਾਰ ਕਾਫੀ ਮੱਧਮ ਨਜ਼ਰ ਆ ਰਹੀਆਂ, ਕਿਉਂਕਿ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਕਾਫੀ ਮਹੱਤਵਪੂਰਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੈਮੀ ਗਵਰਨਮੈਂਟ ਕਿਹਾ ਜਾਂਦਾ ਇਹਨੂੰ ਕਿ ਸਟੇਟ ਵਿਦਨ ਸਟੇਟ ਹੈ ਸਿੱਖਾਂ ਦੀ। ਸੋ ਇਹ ਹਮੇਸ਼ਾ ਪੰਜਾਬ ਦੀ ਰਾਜਨੀਤੀ, ਬੇਸ਼ੱਕ ਇਹ ਧਾਰਮਿਕ ਬੋਡੀ ਹੈ, ਪਰ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਾਫੀ ਪ੍ਰਭਾਵ ਪਾਉਂਦੀ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਲਾਨਾ ਚੋਣ ਇਜਲਾਸ ਆ, ਜਿਹਦੇ ਵਿੱਚ ਪ੍ਰਧਾਨ ਸਮੇਤ ਸੀਨੀਅਰ ਮੀਤ ਪ੍ਰਧਾਨ, ਯੂਨੀਅਨ ਮੀਤ ਪ੍ਰਧਾਨ, ਐਗਜ਼ੈਕਟਿਵ ਕਮੇਟੀ ਔਰ ਜਨਰਲ ਸਕੱਤਰ, ਇਹ ਸਾਰੀ ਜਿਹੜੀ ਆ ਚੁਣਿਆ ਜਾਂਦਾ, ਉਹ 29 ਨਵੰਬਰ ਨੂੰ ਅਨਾਉਂਸ ਹੋ ਚੁੱਕਿਆ। ਪਰ ਇਸ ਦੇ ਬਾਵਜੂਦ ਜਿਹੜਾ ਵਾ ਹਾਲਾਂ ਤੱਕ ਕੋਈ ਜ਼ਿਆਦਾ ਜਿੱਦਾਂ ਦਾਅਵੇਦਾਰੀਆਂ ਜਿਹੜੀਆਂ ਉਹ ਸਾਹਮਣੇ ਨਹੀਂ ਆ ਰਹੀਆਂ। ਤੇ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਵਾਰ ਚੋਣ ਆ ਉਹ ਕਾਫੀ ਮਹੱਤਵਪੂਰਨ ਹੋਏਗੀ, ਕਿਉਂਕਿ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਚੁਣਨਾ ਅਕਾਲੀ ਦਲ ਲਈ ਕਾਫੀ ਮਹੱਤਵਪੂਰਨ ਹੈ। ਸਰਗਰਮੀਆਂ ਕਿਉਂ ਘੱਟ ਹੋ ਰਹੀਆਂ ਨੇ? ਕਿਉਂਕਿ ਅਕਸਰ ਵੇਖਿਆ ਜਾਂਦਾ ਜਦੋਂ ਵੀ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਨੇ, ਪਹਿਲਾਂ ਸਰਗਰਮੀਆਂ ਤੇਜ਼ ਹੋ ਜਾਂਦੀਆਂ ਨੇ, ਜਿਹੜੇ ਆਗੂ ਹੁੰਦੇ ਨੇ ਉਹਨਾਂ ਵੱਲੋਂ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ, ਪਰ ਸਰਗਰਮੀਆਂ ਬਹੁਤ ਘੱਟ ਨਜ਼ਰ ਆ ਰਹੀਆਂ ਨੇ ਜਾਂ ਫਿਰ ਇਹ ਕਹਿ ਲਈਏ ਕਿ ਨਾ ਦੇ ਬਰਾਬਰ ਨੇ। ਉਹਦਾ ਇਹ ਕਾਰਨ ਹੈ ਕਿ ਜਿਹੜੇ ਜ਼ਿਆਦਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਜਿਹੜੇ ਜਿਨ੍ਹਾਂ ਦੇ ਵਿੱਚੋਂ ਹੀ ਪ੍ਰਧਾਨ ਚੁਣਿਆ ਜਾਂਦਾ, ਉਹ ਜਿਹੜੇ ਜ਼ਿਆਦਾ
ਫੇਮਸ ਚਿਹਰੇ ਨੇ ਉਹ ਸਿਆਸਤ ਦੇ ਵਿੱਚ ਵੀ ਪੈਰ ਧਰਾਵਾ ਰੱਖਦੇ ਆ। ਉਹ ਹੁਣ ਵਿਧਾਨ ਸਭਾ ਚੋਣਾਂ ਸਿਰ ਤੇ ਆ, ਹਰ ਬੰਦਾ ਜਿਹੜਾ ਉਹ ਅਕਾਲੀ ਦਲ ਦਾ ਲੀਡਰ ਆ ਉਹ ਚਾਹੁੰਦਾ ਆ ਕਿ ਮੈਨੂੰ ਟਿਕਟ ਵਿਧਾਨ ਸਭਾ ਦੀ ਵੀ ਮਿਲੇ। ਸੋ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਅੱਗੇ ਹੁੰਦੇ ਆ ਚਿਹਰੇ ਜ਼ਿਆਦਾਤਰ, ਉਹ ਜ਼ਿਆਦਾਤਰ ਚਿਹਰੇ ਇਸ ਵਾਰ ਵਿਧਾਨ ਸਭਾ ਟਿਕਟਾਂ ਲੈਣ ਦੀ ਵੀ ਇੱਛਾ ਰੱਖਦੇ ਨੇ। ਹਾਲਾਂਕਿ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਵੀ ਵਿਧਾਨ ਸਭਾ ਹਲਕਾ ਭੁਲੱਥ ਤੋਂ ਦਾਅਵੇਦਾਰੀ ਰੱਖਦੇ ਆ, ਔਰ ਇਹ 82-83 ਜਿਹੜੀਆਂ ਸੀਟਾਂ ਉਹ ਇਹਨਾਂ ਨੇ ਅਨਾਉਂਸ ਕਰ ਦਿੱਤੀਆਂ ਆ, ਉਮੀਦਵਾਰ ਐਲਾਨ ਦਿੱਤੇ ਅਕਾਲੀ ਦਲ ਨੇ, ਪਰ ਥੋੜੇ ਜਿਹੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਭੁਲੱਥ ਹਲਕਾ ਵੀ ਹੈ ਜੇ ਅਨਾਉਂਸ ਨਹੀਂ ਹੋਇਆ। ਸੋ ਇਸ ਕਰਕੇ ਉਹ ਬੀਬੀ ਜਗੀਰ ਕੌਰ ਵੀ ਵਿਧਾਨ ਸਭਾ ਚੋਣਾਂ ਵੀ ਲੜਨ ਦੀ ਇੱਛਾ ਰੱਖਦੇ ਨੇ। ਹਾਲਾਂਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣਨਾ ਚਾਹੁੰਦੇ, ਉਹ ਚਾਹੁੰਦੇ ਆ ਕਿ ਧਰਮ ਤੇ ਰਾਜਨੀਤੀ ਜਿਵੇਂ ਸਿੱਖਾਂ ਦੇ ਵਿੱਚ ਇਕੱਠੇ ਚੱਲਦੇ ਆ ਵੀ ਸ਼ਾਇਦ ਮੈਨੂੰ ਅਕਾਲੀ ਦਲ ਦੋਨੋਂ ਜ਼ਿੰਮੇਵਾਰੀਆਂ ਦੇ ਦੇ। ਚਲੋ ਇਹ ਵੱਖਰੀ ਗੱਲ ਹੈ ਕਿ ਪਾਰਟੀ ਨੇ ਵੇਖਣਾ ਹੈ ਕਿ ਕਿਵੇਂ ਕਰਨਾ ਕਿਵੇਂ ਨਹੀਂ। ਸੋ ਕਹਿਣ ਦਾ ਭਾਵ ਆ ਕਿ ਇਸ ਵਾਰ ਜ਼ਿਆਦਾਤਰ ਜਿਹੜੇ ਦਾਅਵੇਦਾਰ ਨੇ ਉਹ ਦੁਬਿਧਾ 'ਚ ਨੇ। ਉਹ ਚਾਹੁੰਦੇ ਆ ਕਿ ਜੇ ਸਾਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦਾਅਵੇਦਾਰੀ 'ਚ ਪੈ ਗਏ, ਦੌੜ 'ਚ ਪੈ ਗਏ, ਤੇ ਵਿਧਾਨ ਸਭਾ ਦੀ ਦਾਅਵੇਦਾਰੀ ਜਿਹੜੀ ਹੈ ਸਾਡੀ ਉਹ ਵੀ ਮੱਧਮ ਹੋ ਜਾਏਗੀ। ਦੋਹਾਂ ਬੇੜੀਆਂ ਦੇ ਵਿੱਚ ਪੈਰ ਫਸਾਏ ਹੋਏ ਨੇ। ਹਾਂਜੀ, ਇਵੇਂ ਵੀ ਕਹਿ ਸਕਦੇ ਆ ਜਿਵੇਂ ਹੁਣ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ, ਉਹ ਪਹਿਲਾਂ 3 ਸਾਲ ਪ੍ਰਧਾਨ ਰਹੇ ਲਗਾਤਾਰ, ਉਹ ਇਸ ਵਾਰ ਵਿਧਾਨ ਸਭਾ ਚੋਣਾਂ ਉਹਨਾਂ ਨੂੰ ਟਿਕਟ ਮਿਲ ਚੁੱਕੀ ਆ। ਤੇ ਇਸ ਤਰ੍ਹਾਂ ਹੋਰ ਵੀ ਕਾਫੀ ਉਮੀਦਵਾਰ ਜਿਹੜੇ ਆ ਉਹ ਵਿਧਾਨ ਸਭਾ ਚੋਣਾਂ ਜ਼ਿਆਦਾ ਲੜਨ ਦੇ ਇੱਛੁਕ ਨੇ। ਸੋ ਇਸ ਕਰਕੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫੀ ਜਿਹੜੇ ਦਾਅਵੇਦਾਰ ਨੇ ਉਹ ਦੁਬਿਧਾ 'ਚ ਨੇ ਕਿ ਉਹ ਵਿਧਾਨ ਸਭਾ ਚੋਣਾਂ ਲੜਨੀ ਆ ਜਾਂ ਸ਼੍ਰੋਮਣੀ ਕਮੇਟੀ ਲੜਨੀ। ਇਸ ਦੁਬਿਧਾ ਕਾਰਨ ਹੀ ਜਿਹੜੀ ਆ ਸਰਗਰਮੀਆਂ ਜਿਹੜੀਆਂ ਦਾਅਵੇਦਾਰੀਆਂ ਉਹ ਇੰਨੀਆਂ ਜ਼ਿਆਦਾ ਤੇਜ਼ ਨਹੀਂ ਹੋਈਆਂ। ਤੁਹਾਨੂੰ ਕੀ ਲੱਗਦਾ, ਕਿਉਂਕਿ ਹਰੇਕ ਵਾਰ ਨਾ ਜਦੋਂ ਐਸਜੀਪੀਸੀ ਦੀਆਂ ਚੋਣਾਂ ਆਉਂਦੀਆਂ ਕਹਿੰਦੇ ਨੇ ਕਿ ਜਿਹੜਾ ਪ੍ਰਧਾਨ ਹੈ ਐਸਜੀਪੀਸੀ ਦਾ ਉਹ ਅਕਾਲੀਆਂ ਦੀ ਜਿਹੜੀ ਬੰਦ ਲਿਫਾਫੇ ਦੇ ਵਿੱਚੋਂ ਨਿਕਲਦਾ ਜਾਂ ਫਿਰ ਬੰਦ ਚਿੱਠੀ ਵਿੱਚੋਂ ਨਿਕਲਦਾ ਹੈ। ਇਸ ਵਾਰ ਕੀ ਲੱਗਦਾ ਤੁਹਾਨੂੰ ਕਿ ਜਿਹੜੀਆਂ ਚਰਚਾਵਾਂ ਰਹਿਣ ਵਾਲੀਆਂ ਨੇ ਜਾਂ ਫਿਰ ਕੀ ਜਿਹੜਾ ਤਸਵੀਰ ਸਾਹਮਣੇ ਆਊਗੀ ਨਿਕਲ ਕੇ ਐਸਜੀਪੀਸੀ ਚੋਣਾਂ ਦੀ, ਕੀ ਵਿਚਾਰ ਨੇ ਤੁਹਾਡੇ? ਦੇਖੋ ਰੰਧਾਵਾ ਸਾਹਿਬ, ਗੱਲ ਇੱਦਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹਰ ਸਾਲ ਹੁੰਦੀ ਆ, ਉਹ ਅਕਾਲੀ ਦਲ ਬਾਦਲ ਜਿਹੜਾ ਉਹਦੇ ਤੇ ਬਹੁਮਤ ਆ ਉਹਦਾ, ਉਹ ਆਪਣੀ ਮਰਜ਼ੀ ਦੇ ਨਾਲ ਚੁਣਦਾ। ਚਾਹੇ ਉਹਨੂੰ ਲਿਫਾਫਾ ਕਲਚਰ ਕਹਿ ਲਓ, ਚਾਹੇ ਉਹਨੂੰ ਪਰਚੀ ਕਲਚਰ ਕਹਿ ਲਓ, ਕੁਝ ਵੀ ਕਹਿ ਲਓ। ਪਰ ਪਿਛਲੇ 2-3 ਸਾਲਾਂ ਤੋਂ ਇਹ ਵੇਖਣ ਨੂੰ ਮਿਲਿਆ ਕਿ ਉਹਦੇ ਵਿਰੋਧ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਕੀਤੇ ਜਾਂਦੇ ਰਹੇ ਜਿਹੜੇ ਵਿਰੋਧੀ ਪੰਥਕ ਦਲਾਂ ਵੱਲੋਂ, ਤਾਂ ਉਹ VOTING ਦੇ ਦੁਆਰਾ, ਜਿੱਦਾਂ ਬੀਬੀ ਜਗੀਰ ਕੌਰ ਵੀ VOTING ਦੁਆਰਾ ਬਣੇ ਸੀਗੇ, ਵੋਟਾਂ ਪਈਆਂ। ਉਸ ਤੋਂ ਪਹਿਲਾਂ ਇੱਕ ਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਵੇਲੇ ਵੀ ਵੋਟਾਂ ਪਈਆਂ, ਬਡੂੰਗਰ ਸਾਹਿਬ ਦੇ ਵੇਲੇ ਵੀ ਵੋਟਾਂ ਪਈਆਂ। ਸੋ ਇਸ ਕਰਕੇ ਕਹਿਣ ਦਾ ਭਾਵ ਇਹ ਆ ਕਿ ਜਿਹਦੇ ਕੋਲ ਬਹੁਮਤ ਆ ਉਹ ਚਾਹੇ VOTING ਰਾਹੀਂ ਕਰਾ ਲੇ, ਚਾਹੇ ਉਹ ਪਰਚੀ ਪਾ ਕੇ ਕਰਾ ਲੇ, ਚਾਹੇ ਉਹ ਲਿਫਾਫੇ ਦੇ ਵਿੱਚੋਂ ਕੱਢ ਲੇ, ਉਹ ਕੋਈ ਮਾਇਨੇ ਨਹੀਂ ਰੱਖਦਾ। ਗੱਲ ਇਹ ਆ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੇ ਵਿੱਚ ਕਿ ਕਿੰਨੇ ਮੈਂਬਰ ਕਿਹੜੀ ਪਾਰਟੀ ਦੇ ਆ। ਜਦੋਂ ਬਹੁਮਤ ਅਕਾਲੀ ਦਲ ਬਾਦਲ ਕੋਲ ਆ ਤਾਂ ਉਹ ਫਿਰ ਲਿਫਾਫਾ ਵੀ ਕੱਢ ਸਕਦਾ, ਪਰਚੀ ਵੀ ਕੱਢ ਸਕਦਾ, VOTING ਵੀ ਕਰਾ ਸਕਦਾ। ਬਹੁਮਤ ਉਹਨਾਂ ਦਾ ਹੀ ਹੋਣਾ। ਤਲਵਿੰਦਰ ਜੀ, ਦੇਖੋ ਹੁਣ ਪੰਜਾਬ ਦੀ ਸਿਆਸਤ ਨੂੰ ਅਸੀਂ ਕੋਰੀਲੇਟ ਕਰਕੇ ਵੇਖ ਰਹੇ ਹਾਂ ਐਸਜੀਪੀਸੀ ਦੀਆਂ ਚੋਣਾਂ ਨੂੰ, ਹੈ ਨਾ। ਸੋ ਕਾਂਗਰਸ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕੀਤਾ ਗਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ, ਜੋ ਕਿ ਅਨੁਸੂਚਿਤ ਜਾਤੀ ਤੋਂ ਵੀ ਨੇ, ਹੈ ਨਾ। ਤੇ ਕਈਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਦਲਿਤ ਕਾਰਡ ਖੇਡਿਆ ਗਿਆ ਕਾਂਗਰਸ ਵੱਲੋਂ, ਅਨੁਸੂਚਿਤ ਜਾਤੀ ਦਾ ਜਿਹੜਾ ਮੁੱਖ ਮੰਤਰੀ ਲਾਇਆ ਗਿਆ। ਕੀ ਲੱਗਦਾ ਐਸਜੀਪੀਸੀ ਦੇ ਵਿੱਚ ਵੀ ਹੁਣ ਇਹ ਜਿਹੜਾ ਦਲਿਤ ਕਾਰਡ ਹੈ ਇਹ ਖੇਡਿਆ ਜਾਵੇਗਾ ਜਾਂ ਫਿਰ ਕੋਈ ਅਜਿਹਾ ਪ੍ਰਧਾਨ ਬਣਾਇਆ ਜਾਵੇਗਾ ਜੋ ਕਿ ਬੈਕਗਰਾਉਂਡ ਉਹਦਾ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਰੱਖਦਾ? ਦੇਖੋ ਗੱਲ ਇੱਦਾਂ ਕਿ ਜੇ ਤੇ ਗੱਲ ਕੀਤੀ ਜਾਵੇ ਸਿਧਾਂਤਕ, ਤਾਂ ਅੱਜ ਤੱਕ ਸਿੱਖ ਸੰਸਥਾਵਾਂ, ਚਾਹੇ ਅਕਾਲ ਤਖਤ ਸਾਹਿਬ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੇ ਨੁਮਾਇੰਦੇ, ਉਹਦੇ ਪ੍ਰਧਾਨ ਆਗੂ ਜਿਹੜੇ ਆ ਕਦੇ ਵੀ ਜਾਤ ਪਾਤ ਦੇਖ ਕੇ ਨਹੀਂ ਲਾਏ ਜਾਂਦੇ ਰਹੇ। ਕਿਸੇ ਨੂੰ ਇਹ ਨਹੀਂ ਪਤਾ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਦੀ ਜਾਤ ਕੀ ਆ। ਕਿਸੇ ਨੂੰ ਇਹ ਨਹੀਂ ਪਤਾ, ਇਸ ਗੱਲ ਨਾਲ ਅਹਿਮੀਅਤ ਨਹੀਂ ਆ ਕਿ ਬੀਬੀ ਜਗੀਰ ਕੌਰ ਕਿਹੜੀ ਕੈਟਾਗਰੀ ਨਾਲ ਬਿਲੋਂਗ ਕਰਦੇ, ਜਾਂ ਇਸ ਤੋਂ ਪਹਿਲਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਆ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ, ਦਮਦਮਾ ਸਾਹਿਬ ਦੇ ਜਥੇਦਾਰ ਰਹੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਕਿਹੜੀ ਜਾਤ ਦੇ ਨੇ। ਇਸ ਗੱਲ ਨਾਲੋਂ ਜ਼ਿਆਦਾ ਇਸ ਗੱਲ ਨੂੰ ਤਰਜੀਹ ਹੁੰਦੀ ਆ ਕਿ ਕਿਹੜਾ ਜਿਹੜਾ ਗੁਣਵੱਤਾ ਦੇ ਉੱਤੇ ਖਰਾ ਉਤਰਦਾ। ਇਹ ਸਿਧਾਂਤਕ ਤੌਰ ਤੇ ਐਵੇਂ ਹੋਣਾ ਚਾਹੀਦਾ, ਔਰ ਹੁੰਦਾ ਵੀ ਲਗਭਗ। ਪਰ ਰਾਜਨੀਤੀ ਦੇ ਵਿੱਚ ਜਿਵੇਂ ਅਕਾਲੀ ਰਾਜਨੀਤੀ ਦਾ ਜਿਹੜਾ ਇਸ ਸੰਸਥਾ ਦੇ ਉੱਤੇ ਦਬਦਬਾ, ਤਾਂ ਅਕਾਲੀ ਦਲ ਇਹ ਵੇਖਦਾ ਕਿ ਸਾਡੇ ਸਿਆਸੀ ਮਾਤਹਿਤਾਨ ਨੂੰ ਕਿਹੜਾ ਆਗੂ ਫਿੱਟ ਬੈਂਦਾ। ਸੋ ਅੱਜ ਤੱਕ ਤੇ ਇਹੀ ਹੁੰਦਾ ਆ। ਪਰ ਇਸ ਵਾਰ ਇਹ ਗੱਲ ਕਾਫੀ ਮੀਡੀਆ ਰਾਹੀਂ ਵੀ ਉੱਭਰ ਰਹੀ ਆ, ਕਾਫੀ ਇਹ ਸਰਗੋਸ਼ੀਆਂ ਵੀ ਵੱਧ ਰਹੀਆਂ ਕਿ ਦਲਿਤ ਪੱਤਾ ਖੇਡਿਆ ਜਾ ਸਕਦਾ। ਜਿਵੇਂ ਸੰਤ ਬਲਬੀਰ ਸਿੰਘ ਘੁੰਨਸ ਦਾ ਨਾਂ ਚੱਲ ਰਿਹਾ ਕਿ ਉਹ ਦਲਿਤ ਵੀ ਨੇ, ਔਰ ਪਰ ਇਹ ਚੀਜ਼ ਮੈਂ ਸਮਝਦਾ ਕਿ ਮੰਦਭਾਗੀ ਹੈ। ਜੇ ਅਕਾਲੀ ਦਲ ਇਹੋ ਜਿਹਾ ਪੱਤਾ ਖੇਡਦਾ ਤਾਂ ਉਹ ਇੱਕ ਰਾਜਨੀਤੀ 'ਚ ਜੋ ਮਰਜ਼ੀ ਹੁੰਦਾ ਰਵੇ, ਉਹ ਇੱਕ ਵੱਖਰੀ ਗੱਲ ਆ।
ਪਰ ਜਿਹੜਾ ਸਾਡੀਆਂ ਸਿੱਖ ਸੰਸਥਾਵਾਂ 'ਚ ਸਿੱਖ ਰਾਜਨੀਤੀ ਆ ਉਹਦੇ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਹੈ। ਇਹ ਨਹੀਂ ਹੋਣਾ ਚਾਹੀਦਾ। ਜੇਕਰ ਇਦਾਂ ਹੁੰਦਾ ਤਾਂ ਆਉਣ ਵਾਲੇ ਸਮੇਂ 'ਚ ਸਿੱਖ ਸੰਸਥਾਵਾਂ ਦੇ ਵਿੱਚ ਜਿਹੜਾ ਇੱਕ ਨਿਘਾਰ ਦਾ ਇੱਕ ਨਵਾਂ ਦਰਵਾਜ਼ਾ ਖੁੱਲੇਗਾ, ਜਿਹਦੇ ਵਿੱਚ ਜਾਤ ਪਾਤ ਦਾ ਜਿਹੜਾ ਉਹ ਵਿਤਕਰਾ ਵਧੇਗਾ। ਸੋ ਇਸ ਕਰਕੇ ਇਹਦੀ ਬਜਾਏ ਗੁਣਾਂ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਤਲਵਿੰਦਰ ਜੀ, ਤੁਸੀਂ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇਹ ਜਾਤ ਪਾਤ ਦੇ ਨਾਲ ਕੋਈ ਸੰਬੰਧਿਤ ਨਹੀਂ ਐਸਜੀਪੀਸੀ, ਪਰ ਵੇਖਿਆ ਜਾਵੇ ਅਜੇ ਤੱਕ ਕੋਈ ਜਿਹੜਾ ਇਹੋ ਜਿਹਾ ਸੀਐਮ ਨਹੀਂ, ਮਤਲਬ ਮਾਫ ਕਰਿਓ, ਇਹੋ ਜਿਹਾ ਪ੍ਰਧਾਨ ਨਹੀਂ ਬਣਿਆ ਕਿ ਜੋ ਕਿ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੋਵੇ, ਜਾਂ ਫਿਰ ਇਹ ਕਹਿ ਲਈਏ ਕਿ ਅਜੇ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪ੍ਰਧਾਨ ਕੱਢ ਲਓ ਤੁਸੀਂ, ਕੋਈ ਅਜਿਹਾ ਪ੍ਰਧਾਨ ਨਹੀਂ ਬਣਿਆ। ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਵਿਤਕਰਾ ਵੀ ਇੱਥੇ ਵੇਖਣ ਨੂੰ ਮਿਲ ਰਿਹਾ? ਨਹੀਂ, ਦੇਖੋ ਭਾਜੀ, ਗੱਲ ਇੱਦਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਵਿੱਚ ਜੇ ਵੇਖਿਆ ਜਾਵੇ, ਕਿਰਪਾਲ ਸਿੰਘ ਬਡੂੰਗਰ ਜਿਹੜੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸੀਗੇ, ਬੀਬੀ ਜਗੀਰ ਕੌਰ ਵੀ ਜਿਹੜੇ ਉਹ ਵੀ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਿੱਚ ਮਤਲਬ ਇੱਕ ਰਵਾਇਤ ਬਣੀ ਹੋਈ ਆ ਕਿ ਜਿਹੜਾ ਜੂਨੀਅਰ ਮੀਤ ਪ੍ਰਧਾਨ ਆ, ਹਾਲੇ ਸੰਵਿਧਾਨਕ ਤੌਰ ਤੇ ਨਹੀਂ ਇਹੋ ਜਿਹੀ ਕੋਈ ਗੱਲ, ਪਰ ਇੱਕ ਰਵਾਇਤ ਚੱਲੀ ਆ ਰਹੀ ਕਿ ਜੂਨੀਅਰ ਮੀਤ ਪ੍ਰਧਾਨ ਕਿਸੇ ਅਨੁਸੂਚਿਤ ਜਾਤੀ ਨੂੰ ਲਾਇਆ ਜਾਂਦਾ। ਸੋ ਇਸ ਤਰ੍ਹਾਂ ਦੀ ਗੱਲ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਨਹੀਂ ਕੋਈ ਗੱਲ ਹੈਗੀ ਕਿ ਕੋਈ ਮਿਥ ਕੇ ਨਹੀਂ ਲਾਇਆ ਜਾਂਦਾ ਪ੍ਰਧਾਨ। ਜੇਕਰ ਕੋਈ ਗੁਣਾਂ ਦੇ ਵਿੱਚ ਜਾਂ ਕਹਿ ਲਓ ਕਿ ਕੋਈ ਸਮਰੱਥਾ ਰੱਖਦਾ ਹੋਵੇ ਤਾਂ ਉਹ ਬਣਾਇਆ ਵੀ ਜਾ ਸਕਦਾ। ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਜਿਵੇਂ ਸਿੱਖ ਸੰਸਥਾਵਾਂ ਦੇ ਵਿੱਚ ਗੁਣਵੱਤਾ ਇਕੱਲੀ ਵੀ ਨਹੀਂ ਰਹਿ ਗਈ, ਹੁਣ ਸਿਆਸੀ ਜਿਹੜੀ ਆ ਉਹ ਪਰਖ ਜ਼ਿਆਦਾ ਵੇਖੀ ਜਾਂਦੀ ਆ ਕਿ ਉਹ ਚਿਹਰਾ, ਉਹ ਵਿਅਕਤੀ ਜਿਹੜਾ ਅਕਾਲੀ ਦਲ ਨੂੰ ਜ਼ਿਆਦਾ ਮਾਫਕ ਬੈਠਦਾ ਹੋਵੇ, ਇਸ ਤਰ੍ਹਾਂ ਉਹ ਜ਼ਿਆਦਾ ਪ੍ਰਮੁੱਖਤਾ ਇਸ ਗੱਲ ਨੂੰ ਦਿੱਤੀ ਜਾਂਦੀ ਹੈ। ਪਰ ਇਹ ਗੱਲ ਜੇ ਕਹੀਏ ਕਿ ਕਿਸੇ ਨੂੰ ਅਤੀਤ ਦੇ ਵਿੱਚ ਕਿਸੇ ਨੂੰ ਮਿੱਥ ਕੇ ਜਿਹੜਾ ਵਾ ਅਨੁਸੂਚਿਤ ਜਾਤੀ ਨੂੰ ਨਹੀਂ ਪ੍ਰਧਾਨ ਲਾਇਆ ਗਿਆ, ਇੱਦਾਂ ਦੀ ਵੀ ਨਹੀਂ ਗੱਲ। ਜਿਵੇਂ ਆਮ ਤੌਰ ਤੇ ਕਹਿ ਲਿਆ ਜਾਂਦਾ ਕਿ ਸਿੱਖ ਰਾਜਨੀਤੀ ਜਾਂ ਅਕਾਲੀ ਰਾਜਨੀਤੀ ਉੱਤੇ ਜੱਟਵਾਦ ਹਾਵੀ ਹੈ, ਪਰ ਮਾਸਟਰ ਤਾਰਾ ਸਿੰਘ ਵਰਗੇ ਵੀ ਪ੍ਰਧਾਨ ਰਹੇ ਆ ਜਿਹੜੇ ਗੈਰ ਜੱਟ ਸੀਗੇ, ਹੋਰ ਵੀ ਬਹੁਤ ਸਾਰੇ ਪ੍ਰਧਾਨ ਗੈਰ ਜੱਟ ਰਹੇ ਆ। ਸੋ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਭਵਿੱਖ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਸਿੱਖ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਹ ਪ੍ਰਬੰਧ ਬਣਿਆ ਰਹੇ। ਬਿਲਕੁਲ ਤਲਵਿੰਦਰ ਜੀ ਉਪ ਪ੍ਰਧਾਨ ਵੀ ਰਹੇ ਨੇ ਐਸਜੀਪੀਸੀ ਦੇ, ਤੇ ਵੇਖਣ ਵਾਲੀ ਗੱਲ ਇਹ ਹੈ ਕਿ ਹੁਣ ਐਸਜੀਪੀਸੀ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ, ਤੇ ਤੁਸੀਂ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲੇ ਦਿਨ ਤੋਂ ਪ੍ਰਚਾਰ ਕਰਦੀ ਆ ਰਹੀ ਹੈ ਕਿ ਬਸਪਾ ਨਾਲ ਅਸੀਂ ਗੱਠਜੋੜ ਕਰ ਲਿਆ, ਹੁਣ ਅਸੀਂ ਅਨੁਸੂਚਿਤ ਜਾਤੀ ਦੇ ਜਿਹੜੇ ਆ ਉਮੀਦਵਾਰ ਆ ਉਹ ਐਲਾਨਾਂਗੇ। ਹਾਲਾਂਕਿ ਕਾਂਗਰਸ ਵੱਲੋਂ ਪਹਿਲਾਂ ਹੀ ਪੱਤਾ ਖੇਡ ਲਿਆ ਗਿਆ, ਇਹ ਵਿਰੋਧੀ ਧਿਰਾਂ ਦਾ ਕਹਿਣਾ ਹੈ। ਸੋ ਦੇਖੋ ਬਹੁਮਤ ਉਹਦੀ ਹੈ, ਅਕਾਲੀ ਦਲ ਦੀ ਹੈ, ਤਾਂ ਅਕਾਲੀ ਦਲ ਇੱਕ ਪੰਥਕ ਪਾਰਟੀ ਵੀ ਕਹੀ ਜਾਂਦੀ ਹੈ ਤੇ ਰਾਜਨੀਤਿਕ ਪਾਰਟੀ ਵੀ ਕਹੀ ਜਾਂਦੀ ਹੈ, ਪਰ ਉਹਨਾਂ ਵੱਲੋਂ ਹੀ ਇਹ ਕਾਰਡ ਖੇਡੇ ਜਾ ਰਹੇ ਨੇ। ਉਸ ਦੇ ਉੱਤੇ ਕੀ ਵਿਚਾਰ ਹੈ, ਕਿਵੇਂ ਵੇਖਦੇ ਹੋ? ਦੇਖੋ, ਸਿੱਖ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਜਿਹੜੇ ਆ ਨਾ ਪਰਸਪਰ ਚੱਲਦੇ ਆ, ਪਰ ਇਹਦੇ ਵਿੱਚ ਇੱਕ ਮਰਿਆਦਾ ਆ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ, ਨਾ ਕਿ ਰਾਜਨੀਤੀ ਧਰਮ ਤੇ ਹਾਵੀ ਹੋਵੇ। ਇਸ ਵੇਲੇ ਜੋ ਹਾਲਾਤ ਬਣ ਰਹੇ ਸਮੁੱਚੀ ਸਿੱਖ ਰਾਜਨੀਤੀ ਦੇ, ਜੇ ਇਕੱਲੇ ਅਕਾਲੀ ਦਲ ਤੋਂ ਵੀ ਉੱਪਰ ਉੱਠ ਕੇ ਗੱਲ ਕਰੀਏ, ਸਮੁੱਚੀ ਸਿੱਖ ਰਾਜਨੀਤੀ ਦੇ ਵਿੱਚ ਜਿਹੜਾ ਉਹ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੈ। ਇਸੇ ਕਰਕੇ ਹੀ ਜਿਹੜਾ ਅਕਾਲੀ ਦਲ ਆ, ਅਕਾਲੀ ਦਲ ਬਹੁਤ ਜ਼ਿਆਦਾ ਆਲੋਚਨਾਵਾਂ ਦਾ ਸ਼ਿਕਾਰ ਹੋ ਰਿਹਾ, ਪਰ ਇਸ ਦੇ ਬਾਵਜੂਦ ਅਕਾਲੀ ਦਲ ਦਾ ਕੋਈ ਸਿੱਖ ਰਾਜਨੀਤੀ ਵਿੱਚ ਬਦਲ ਕਿਉਂ ਨਹੀਂ ਉੱਠ ਰਿਹਾ? ਮਾਸਟਰ ਤਾਰਾ ਸਿੰਘ ਦੀ ਸਿੱਖ ਲੀਡਰਸ਼ਿਪ ਫੇਲ ਹੋਈ ਸੀ ਤੇ ਸੰਤ ਫਤਿਹ ਸਿੰਘ ਅੱਗੇ ਆਏ। ਸੰਤ ਫਤਿਹ ਸਿੰਘ ਦੀ ਲੀਡਰਸ਼ਿਪ ਫੇਲ ਹੋਈ ਤੇ ਉਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਆਏ। ਉਹ ਜਗਦੇਵ ਸਿੰਘ ਤਲਵੰਡੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਮੌਕਾ ਮਿਲਿਆ, ਉਹਨਾਂ ਨੇ ਆਪਣੀ ਸਮਰੱਥਾ ਦੇ ਨਾਲ ਅਕਾਲੀ ਰਾਜਨੀਤੀ ਦੇ ਉੱਤੇ ਆਪਣਾ ਸਥਾਨ ਬਣਾਇਆ। ਪਰ ਹੁਣ ਦੇਖਣ ਦੀ ਗੱਲ ਆ ਕਿ 35-40 ਸਾਲ ਤੋਂ ਅਕਾਲੀ ਦਲ ਬਾਦਲ ਜਿਹੜਾ ਵਾ ਉਹ ਸਿੱਖ ਰਾਜਨੀਤੀ ਦੇ ਉੱਤੇ, ਸਿੱਖ ਸੰਸਥਾਵਾਂ ਦੇ ਉੱਤੇ ਜਿਹੜਾ ਉਹਦਾ ਪ੍ਰਬੰਧ ਚੱਲ ਰਿਹਾ, ਪਰ ਜੇ ਉਹ ਇੰਨੀਆਂ ਆਲੋਚਨਾਵਾਂ ਦਾ ਸ਼ਿਕਾਰ ਵੀ ਹੋ ਰਿਹਾ ਆ, ਉਹਦੇ ਚ ਸਿਧਾਂਤਕ ਤੌਰ ਤੇ ਬਹੁਤ ਸਾਰੀਆਂ ਕਮੀਆਂ ਵੀ ਆ ਗਈਆਂ, ਪਰ ਇਸ ਦੇ ਬਾਵਜੂਦ ਉਹਦਾ ਬਦਲ ਕਿਉਂ ਨਹੀਂ ਬਣ ਰਿਹਾ? ਉਹਦਾ ਕਾਰਨ ਇਹੀ ਹੈ ਕਿ ਇਕੱਲੀ ਸਿੱਖ ਰਾਜਨੀਤੀ ਨਹੀਂ, ਵਿਸ਼ਾਲ ਪ੍ਰਸੰਗ 'ਚ ਵੇਖੀਏ ਇਕੱਲਾ ਅਕਾਲੀ ਦਲ ਨਹੀਂ, ਵਿਸ਼ਾਲ ਪ੍ਰਸੰਗ 'ਚ ਜੇ ਵੇਖਿਆ ਜਾਵੇ ਤਾਂ ਸਮੁੱਚੀ ਸਿੱਖ ਰਾਜਨੀਤੀ ਹੀ ਇਸ ਗੱਲ ਦੀ ਸ਼ਿਕਾਰ ਹੋ ਰਹੀ ਹੈ ਕਿ ਜਿਹੜਾ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੈ। ਦੇਖੋ, ਸਰਗਰਮੀਆਂ ਤੇਜ਼ ਨਹੀਂ ਹੋ ਰਹੀਆਂ ਐਸਜੀਪੀਸੀ ਚੋਣਾਂ ਨੂੰ ਲੈ ਕੇ, ਲੱਗਦਾ ਕਿਤੇ ਨਾ ਕਿਤੇ ਪੰਥ ਨੂੰ ਨੁਕਸਾਨ ਹੋ ਰਿਹਾ, ਜਾਂ ਫਿਰ ਇਹ ਕਹਿ ਲਈਏ ਕਿ ਜੋ ਲੋਕ ਸੰਬੰਧਿਤ ਨੇ ਜਾਂ ਫਿਰ ਸਿੱਖ ਸੰਗਤ ਹੈ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਆਸਾਂ ਨੇ, ਜਾਂ ਫਿਰ ਅਸੀਂ ਕਹਿ ਲਈਏ ਕਿ ਗੁਰਪੁਰਬ ਦੇ ਦਿਹਾੜਿਆਂ ਨੂੰ ਲੈ ਕੇ ਕਿ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਐਲਾਨੇ ਜਾਂਦੇ ਨੇ ਐਸਜੀਪੀਸੀ ਵੱਲੋਂ, ਹੈ ਨਾ, ਤਾਂ ਸਰਗਰਮੀਆਂ ਕਿਤੇ ਨਾ ਕਿਤੇ ਹੁਣ ਘੱਟ ਨਜ਼ਰ ਆ ਰਹੀਆਂ ਨੇ, ਕਿਉਂਕਿ 2016 ਦੇ ਵਿੱਚ ਵੀ ਚੋਣਾਂ ਨਹੀਂ ਹੋਈਆਂ ਐਸਜੀਪੀਸੀ ਦੀਆਂ, ਤੇ ਹੁਣ ਚੋਣਾਂ ਆ ਰਹੀਆਂ ਨੇ, ਸਰਗਰਮੀਆਂ ਬਹੁਤ ਘੱਟ ਨੇ, ਤੇ ਲੋਕਾਂ ਨੂੰ ਜਿਹੜੀਆਂ ਉਮੀਦਾਂ ਸੀ ਲੋਕਾਂ ਦੇ ਅੰਦਰ ਸਿੱਖ ਸੰਸਥਾਵਾਂ ਨੂੰ ਲੈ ਕੇ, ਜਾਂ ਫਿਰ ਇਹ ਕਹਿ ਲਈਏ ਕਿ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ, ਉਸ ਦੇ ਉੱਤੇ ਕਿਵੇਂ ਵੇਖਦੇ ਹੋ? ਕਿਉਂਕਿ ਅਜੇ ਤੱਕ ਜਿਹੜੇ ਲੋਕ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੇ ਆਗੂ ਨੇ, ਆਗੂ ਕੌਣ ਹੋਣਗੇ, ਜਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਪਾਰਟੀ ਤੋਂ ਕਿਹੜਾ ਆਗੂ ਖੜਾ ਹੋ ਰਿਹਾ।
ਕੀ ਵਿਚਾਰ ਹੈ ਤੁਹਾਡਾ, ਕਿਸ ਤਰ੍ਹਾਂ? ਦੇਖੋ ਇਹ ਜਿਹੜੀ ਇਹ ਚੋਣ ਹੋ ਰਹੀ ਹੈ, ਇਹ ਤੇ ਹੋ ਰਹੀ ਸਾਲਾਨਾ ਚੋਣ ਇਜਲਾਸ ਜਿਹੜਾ ਹੁੰਦਾ ਹਾਊਸ ਦਾ ਜੀ। ਪਰ ਜਿਹੜੀਆਂ ਤੁਸੀਂ 2016 ਤੋਂ ਜਿਹੜੀਆਂ ਡਿਊ ਪਈਆਂ ਚੋਣਾਂ ਉਹ ਹੈਗੀਆਂ ਜਿਹੜੀਆਂ ਆਮ ਚੋਣਾਂ 5 ਸਾਲ ਬਾਅਦ ਹੁੰਦੀਆਂ, ਵੋਟਾਂ ਰਾਹੀਂ ਜਿਹੜੀ ਸੰਗਤ ਦੇ ਵਿੱਚੋਂ ਮੈਂਬਰ ਚੁਣੇ ਜਾਂਦੇ, ਮੈਂਬਰ ਹਾਊਸ ਬਣਾਉਂਦੇ ਆ, ਉਹ ਚੋਣਾਂ ਜਿਹੜੀਆਂ ਡਿਊ ਪਈਆਂ ਉਹ ਹਮੇਸ਼ਾ ਹੀ ਕੇਂਦਰ ਸਰਕਾਰ ਜਿਹੜੀ ਆ ਕਦੇ ਵੀ ਸਮੇਂ ਸਿਰ ਨਹੀਂ ਕਰਾਉਂਦੀ ਰਹੀ। ਇਹ ਇੱਕ ਸਿੱਖਾਂ ਦੀ ਬੜੀ ਬਦਕਿਸਮਤੀ ਆ ਕਿ ਅਸੀਂ ਕਹਿ ਤੇ ਲੈਨੇ ਆ ਕਿ ਸਿੱਖਾਂ ਦੇ ਕੋਲ ਇਹੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜੀ ਸੰਸਥਾ ਆ ਜੋ ਵੋਟਾਂ ਦੁਆਰਾ ਚੁਣੀ ਜਾਂਦੀ ਹੈ। ਪਰ ਮੈਂ ਕਹਿੰਦਾ ਕਿ ਹੋਰ ਕਿਸੇ ਵੀ ਧਰਮ ਦੇ ਵਿੱਚ, ਬੋਧੀ, ਪਾਰਸੀ, ਹਿੰਦੂ, ਮੁਸਲਿਮ, ਈਸਾਈ, ਕਿਸੇ ਵੀ ਧਰਮ ਦੇ ਵਿੱਚ ਵੇਖ ਲਓ, ਕਿਸੇ ਦੇ ਵੀ ਧਰਮ ਦੀ ਜਿਹੜੀ ਬੋਡੀ ਆ ਉਹ ਵੋਟਾਂ ਰਾਹੀਂ ਨਹੀਂ ਬਣਦੀ, ਸਿੱਖਾਂ ਦੀ ਹੀ ਕਿਉਂ ਬਣਦੀ ਹੈ? ਔਰ ਇਹ VOTING ਵੀ ਜਿਹੜੀ ਆ ਉਹ ਸਿੱਖਾਂ ਦਾ ਜੂੜਾ ਜਿਹੜਾ ਸੈਂਟਰ ਸਰਕਾਰ ਦੇ ਹੱਥ ਆ, ਜਦੋਂ ਚਾਹੇ ਉਦੋਂ ਹੀ VOTING ਹੋਏਗੀ, ਨਹੀਂ ਤੇ ਨਹੀਂ ਹੋਏਗੀ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਮੇਂ ਦੇ ਨਾਲ ਜਿਹੜੀ ਹੈ ਨਾ ਜਿਹੜੀ ਸਿੱਖ ਸੰਸਥਾ ਦੇ ਵਿੱਚ ਵੋਟ ਪ੍ਰਣਾਲੀ ਆ ਇਹ ਜਿਹੜੀ ਸਾਰਥਕ ਵੀ ਹੋਣੀ ਹੋ ਚੁੱਕੀ ਆ, ਇਹਦਾ ਬਦਲ ਆਉਣਾ ਚਾਹੀਦਾ ਕਿਉਂਕਿ ਗੁਰਮਤ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਇਲੈਕਸ਼ਨ ਨਹੀਂ ਸਿਲੈਕਸ਼ਨ ਦਿੱਤੀ ਆ। ਸੋ ਗੁਰਮਤ ਦੇ ਵਿੱਚ ਸਿਲੈਕਸ਼ਨ ਹੋਣੀ ਚਾਹੀਦੀ ਆ। ਇਲੈਕਸ਼ਨ ਪਰੰਪਰਾ ਜਿਹੜੀ ਆ ਉਹ ਸਿੱਖਾਂ ਨੂੰ ਸੂਟ ਨਹੀਂ ਬੈਠਦੀ, ਇਸੇ ਕਰਕੇ ਹੀ ਜਿਹੜਾ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦਾ ਗ੍ਰਾਫ ਦਿਨੋਂ ਦਿਨ ਡਿੱਗ ਰਿਹਾ। ਉਹਦਾ ਕਾਰਨ ਇਹੀ ਆ, ਇੱਕ ਪਾਸੇ ਕੇਂਦਰ ਦੀਆਂ ਸਰਕਾਰਾਂ ਦਖਲ ਦਿੰਦੀਆਂ, ਦੂਜੇ ਪਾਸੇ ਜਿਹੜੇ ਰਾਜਨੀਤੀ ਦੇ ਵਿੱਚ ਵੀ ਜਿਹੜਾ ਇਹੋ ਜਿਹਾ ਗਲਬਾ ਪੈਦਾ ਹੋ ਗਿਆ ਕਿ ਉਹ ਧਰਮ ਦੇ ਉੱਤੇ ਜਿਹੜਾ ਰਾਜਨੀਤੀ ਹਾਵੀ ਹੋ ਗਈ ਆ, ਉਹਦੇ ਕਰਕੇ ਵੀ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਸਮਝ ਲਓ ਵੀ VOTING ਸਿਸਟਮ ਦਾ ਇੱਕ ਹਿੱਸਾ ਬਣ ਕੇ ਰਹਿ ਗਈ ਆ। ਇਹਨੂੰ ਵੋਟਾਂ ਨਾਲ ਜੋੜ ਕੇ ਵੇਖਿਆ ਜਾਂਦਾ। ਇਹੀ ਕਾਰਨ ਹੈ ਜਿਵੇਂ ਆਮ ਤੌਰ ਤੇ ਦੋਸ਼ ਲੱਗਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਧਰਮ ਪ੍ਰਚਾਰ ਨਹੀਂ ਕਰਦੇ ਕਿਉਂਕਿ ਉਹ ਸਿਆਸੀ ਗਤੀਵਿਧੀਆਂ ਨਾਲ ਜ਼ਿਆਦਾ ਜੁੜੇ ਹੁੰਦੇ ਆ। ਉਹਨਾਂ ਨੂੰ ਜਿਹੜੀਆਂ ਸਿਆਸੀ ਵੋਟਾਂ ਆ ਉਹ ਵੋਟ ਬੈਂਕ ਆ ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ, ਉਹ ਦਿੰਦੇ ਵੀ ਆ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਇਹ ਗੱਲ ਉੱਭਰਨੀ ਸ਼ੁਰੂ ਹੋ ਗਈ ਆ ਕਿ ਜਿਹੜੀ ਵੋਟ ਪ੍ਰਣਾਲੀ ਗੁਰਮਤ ਦੇ ਵਿੱਚ ਜਿਹੜੀ ਇਹਦਾ ਕੋਈ ਥਾਂ ਨਹੀਂ ਆ। ਇਹ ਜਿਹੜੀ ਹੁਣ ਇਸ ਵੇਲੇ ਜਿਹੜੀ ਆ ਉਹ ਪ੍ਰਸੰਗਿਕਤਾ ਗਵਾ ਰਹੀ ਆ। ਇਹਦਾ ਬਦਲ ਇੱਕ ਨਵਾਂ ਸਾਹਮਣੇ ਆਉਣਾ ਚਾਹੀਦਾ। ਉਹ ਤਾਂ ਹੀ ਆਏਗਾ ਜੇਕਰ ਸਮੁੱਚੀ ਕੌਮ ਜਿਹੜੀ ਹੈ ਇੱਕ ਵੱਡੇ ਪੱਧਰ ਤੇ ਵਿਚਾਰ ਪ੍ਰਬੰਧ ਸਾਹਮਣੇ ਲਿਆਵੇ, ਵਿਚਾਰ ਚਰਚਾ ਦੇ ਵਿੱਚੋਂ ਇੱਕ ਚੰਗਾ ਤੇ ਸਾਰਥਕ ਜਿਹੜਾ ਵਾ ਉਹ ਗੁਰਦੁਆਰਾ ਪ੍ਰਬੰਧਕੀ ਸਿਸਟਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣਨ ਦੇ ਲਈ ਜਿਹੜਾ ਇੱਕ ਸਿਸਟਮ ਆ ਉਹ ਬਦਲਣਾ ਬਹੁਤ ਜ਼ਰੂਰੀ ਬਣ ਗਿਆ। ਤਲਵਿੰਦਰ ਜੀ, ਤੁਸੀਂ ਮੰਨਦੇ ਹੋ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਹਰਿਆਣਾ ਦੀ ਸਿੱਖ ਸੰਸਥਾਵਾਂ ਨੇ, ਇਹਨਾਂ ਸਾਰਿਆਂ ਦੇ ਉੱਤੇ ਕੰਟਰੋਲ ਹੈ ਜਿਹੜਾ ਇਹ ਸਿਰਫ ਕੇਂਦਰ ਸਰਕਾਰ ਦਾ ਹੀ ਰਹਿ ਗਿਆ ਪੂਰਨ ਤੌਰ ਦੇ ਉੱਤੇ? ਮੰਨਦੇ ਹੋ ਇਸ ਗੱਲ ਨੂੰ? ਨਹੀਂ, ਬਿਲਕੁਲ ਕਲੀਅਰ ਹੈ ਜੀ। ਵੇਖੋ ਤੁਹਾਨੂੰ ਦੱਸ ਰਹੇ ਹਾਂ ਕਿ 2011 ਤੋਂ ਬਾਅਦ ਜਿਹੜੀ ਆ ਹੁਣ 2021 ਆ ਗਿਆ, 10 ਸਾਲ ਹੋ ਚਲੇ ਆ, ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਦਾ ਕਿਤੇ ਨਾਂ ਨਹੀਂ ਲੈ ਰਹੀਆਂ। ਅਤੀਤ 'ਚ ਵੀ ਵੇਖੋ 1979 ਦੇ ਵਿੱਚ ਚੋਣਾਂ ਹੋਈਆਂ ਸੀ, 79 ਤੋਂ ਬਾਅਦ 96 'ਚ ਹੋਈਆਂ, 96 ਤੋਂ ਬਾਅਦ 2004 'ਚ ਹੋਈਆਂ, 4 ਤੋਂ ਬਾਅਦ 2011 'ਚ ਹੋਈਆਂ। ਕਦੇ ਵੀ 5 ਸਾਲ ਬਾਅਦ ਜਿਹੜੀ ਆ ਸਮੇਂ ਸਿਰ ਕੇਂਦਰ ਸਰਕਾਰ ਨੇ ਚੋਣ ਨਹੀਂ ਕਰਾਈ। ਸਿੱਖ ਜਥੇਬੰਦੀਆਂ ਬਥੇਰੀ ਵਾਰ ਮੰਗ ਕਰ ਚੁੱਕੀਆਂ ਕੇਂਦਰ ਸਰਕਾਰ ਤੋਂ, ਪਰ ਕੇਂਦਰ ਸਰਕਾਰ ਜਿਹੜੀ ਆ ਉਹ ਇੱਕ ਜਿਹੜੀ ਨੋਟੀਫਿਕੇਸ਼ਨ ਜਾਰੀ ਕਰੇ, ਉਸ ਤੋਂ ਬਾਅਦ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜਾ ਗੁਰਦੁਆਰਾ ਨਿਆਇਕ ਕਮਿਸ਼ਨ ਸਥਾਪਿਤ ਕਰਨਾ, ਉਹਦਾ ਕਮਿਸ਼ਨਰ ਲਗਾਉਣਾ, ਬੜਾ ਲੰਮਾ ਚੌੜਾ ਜਿਹੜਾ ਉਹਦਾ ਤਾਮ-ਝਾਮ ਪ੍ਰਕਿਰਿਆ, ਪਰ ਉਹ ਕਿਤੇ ਵੀ ਉਹਦੀ ਜਿਹੜੀ ਸਰਗਰਮੀ ਜਿਹੜੀ ਆਰੰਭ ਨਹੀਂ ਹੋਈ। ਜਦੋਂ ਉਹਦੀ ਸਰਗਰਮੀ ਆਰੰਭ ਹੋਏਗੀ, ਗੁਰਦੁਆਰਾ ਨਿਆਇਕ ਕਮਿਸ਼ਨ ਗਠਿਤ ਹੋਵੇਗਾ, ਉਹਨੂੰ ਵੋਟਾਂ ਬਣਾਉਣੀਆਂ, ਕੱਟਣੀਆਂ, ਸਾਰੀ ਪ੍ਰਕਿਰਿਆ ਸ਼ੁਰੂ ਹੋਏਗੀ। ਉਸ ਦੇ ਬਾਵਜੂਦ ਸਾਲ ਡੇਢ ਸਾਲ ਚੋਣਾਂ ਨੂੰ ਲੱਗ ਜਾਂਦਾ, ਪਰ ਅਜੇ ਤੱਕ ਤੁਹਾਨੂੰ ਪਤਾ ਕੋਈ ਸਰਗਰਮੀ ਨਜ਼ਰ ਹੀ ਨਹੀਂ ਆ ਰਹੀ। ਤਲਵਿੰਦਰ ਜੀ, ਤੁਹਾਨੂੰ ਲੱਗਦਾ ਕਿ ਧਾਰਮਿਕ ਆਗੂਆਂ ਦੇ ਹੱਥ ਹੋਣੀਆਂ ਚਾਹੀਦੀਆਂ ਚੀਜ਼ਾਂ ਸਾਰੀਆਂ ਜੋ ਕਿ ਕੇਂਦਰ ਸਰਕਾਰ ਡਿਸਾਈਡ ਕਰਦੀ ਹੈ, ਜਾਂ ਫਿਰ ਇਹ ਕਹਿ ਲਈਏ ਕਿ ਬੰਦ ਕਮਰੇ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ, ਹੈ ਨਾ? ਤੁਹਾਨੂੰ ਨਹੀਂ ਲੱਗਦਾ ਕਿ ਧਾਰਮਿਕ ਆਗੂਆਂ ਦੇ ਕੋਲ ਹੋਣੀਆਂ ਚਾਹੀਦੀਆਂ ਇਹ ਪਾਵਰਸ, ਇਹ ਸ਼ਕਤੀਆਂ ਕਿ ਬਈ ਚੋਣਾਂ ਕਦੋਂ ਹੋਣੀਆਂ ਨੇ? ਆਮ ਚੋਣਾਂ ਨੂੰ ਦੇਖੋ ਕਿੰਨਾ ਸਮਾਂ ਨਿਕਲ ਚੁੱਕਿਆ ਹੁਣ, ਜਿਹੜੇ ਸਿੱਖ ਸੰਸਥਾਵਾਂ ਨੇ ਉਹ ਵੀ ਇੰਤਜ਼ਾਰ ਕਰ ਰਹੀਆਂ ਨੇ ਕਿ ਚੋਣਾਂ ਕਦੋਂ ਹੋਣਗੀਆਂ। ਸੋ ਫਿਰ ਤੁਹਾਨੂੰ ਨਹੀਂ ਲੱਗਦਾ ਕਿਸੇ ਧਾਰਮਿਕ ਆਗੂ ਦੇ ਹੱਥ ਸ਼ਕਤੀ ਹੋਣੀ ਚਾਹੀਦੀ ਹੈ? ਦੇਖੋ, ਇਹ ਗੱਲ ਇੱਦਾਂ ਰੰਧਾਵਾ ਸਾਹਿਬ ਕਿ ਜਿਹੜੀ ਅੰਗਰੇਜ਼ ਸਾਨੂੰ ਜਿਹੜਾ ਐਕਟ ਗੁਰਦੁਆਰਾ ਐਕਟ ਦੇ ਗਏ ਨਾ, ਇੱਕ ਬੜਾ ਵੱਡਾ ਗੱਲ ਦੇ ਵਿੱਚ ਫੰਦਾ ਪਾ ਗਏ। ਉਸ ਵੇਲੇ ਕਿਸੇ ਦਾਨਸ਼ਵਰ ਸਿੱਖ ਸ਼ਖਸੀਅਤ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਮਹੰਤ ਨੇ ਇਹਨਾਂ ਨੂੰ ਤਾਂ ਤੁਸੀਂ ਗੁਰਦੁਆਰਿਆਂ ਚੋਂ ਕੱਢ ਲਿਆ ਜਦੋਂ ਇਹ ਭ੍ਰਿਸ਼ਟ ਹੋ ਗਏ, ਪਰ ਜਿਹੜਾ ਵੋਟਾਂ ਰਾਹੀਂ ਜਿਹੜਾ ਸਿਸਟਮ ਤੁਸੀਂ ਲਿਆਓਗੇ ਨਾ, ਇਹ ਤੁਹਾਡੇ ਗਲੋਂ ਲਾਉਣਾ ਬਹੁਤ ਔਖਾ ਹੋ ਜਾਏਗਾ। ਤਾਂ ਨਜ਼ਰ ਵੀ ਆ ਰਿਹਾ ਕਿਉਂਕਿ VOTING ਸਿਸਟਮ ਗੁਰਮਤ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਗੁਰੂ ਸਾਹਿਬ ਗੁਰੂ ਸਾਹਿਬਾਨ ਦੇ ਵੇਲੇ ਵੇਖ ਲਓ, ਗੁਰੂ ਨਾਨਕ ਦੇਵ ਜੀ ਨੂੰ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ, ਕਿਤੇ ਵੋਟ ਪਈ ਸੀਗੀ? ਜੇ ਉਸ ਵੇਲੇ ਵੋਟਾਂ ਵੇਖੀਆਂ ਜਾਂਦੀਆਂ ਤਾਂ ਫਿਰ ਉਸ ਵੇਲੇ ਵੋਟਾਂ ਦੇ ਵਿੱਚ ਭਾਈ ਲਹਿਣਾ ਅੱਗੇ ਨਾਮ ਦੇ, ਗੁਰੂ ਅਮਰਦਾਸ ਜੀ ਨੂੰ ਵੀ ਗੱਦੀ ਨਾ ਮਿਲਦੀ, ਗੁਰੂ ਅਰਜਨ ਦੇਵ ਜੀ ਨੂੰ ਨਾ ਮਿਲਦੀ, ਪ੍ਰਿਥੀ ਚੰਦ ਦੇ ਨਾਲ ਜ਼ਿਆਦਾ ਲੋਕ ਸੀਗੇ। ਸੋ ਇਸ ਤਰੀਕੇ ਦੇ ਨਾਲ ਗੁਰਮਤ ਦੇ ਵਿੱਚ ਜਿਹੜੀ ਆ ਉਹ ਬਹੁ ਗਿਣਤੀ ਨਹੀਂ ਆ, ਉਹਦੇ ਵਿੱਚ ਜਿਹੜਾ ਵਾ ਗੁਣਵੱਤਾ ਆ।
ਗੁਣਤੰਤਰ ਆ, ਗਣਤੰਤਰ ਨਹੀਂ ਗੁਰਮਤ ਦੇ ਵਿੱਚ। ਇਸ ਕਰਕੇ ਗੁਣਤੰਤਰ ਆਏਗਾ, ਇਹ ਜਿਹੜਾ ਸਿਸਟਮ ਜਿਹੜਾ VOTING ਦਾ ਆ ਇਹ ਬੰਦ ਹੋਵੇਗਾ ਤੇ ਉਸ ਦੇ ਨਾਲ ਹੀ ਸਿੱਖ ਸੰਸਥਾਵਾਂ ਜਿਹੜੀਆਂ ਸਹੀ ਤਰੀਕੇ ਦੇ ਨਾਲ ਆਪਣੇ ਜਿਹੜੇ ਮੂਲ ਪ੍ਰਸੰਗ ਨੇ, ਮੂਲ ਉਦੇਸ਼ ਨੇ, ਉਹਨਾਂ ਨੂੰ ਤਾਂ ਹੀ ਜਿਹੜੀਆਂ ਉਹ ਸਿੱਧਤ ਹੋ ਸਕਦੀਆਂ। ਫਿਰ ਇਹ ਸਿੱਖ ਸੰਸਥਾਵਾਂ, ਧਾਰਮਿਕ ਸੰਸਥਾਵਾਂ ਮਤਾ ਕਿਉਂ ਨਹੀਂ ਲੈ ਕੇ ਜਾਂਦੀਆਂ ਕੇਂਦਰ ਸਰਕਾਰ ਕੋਲ ਕਿ ਅਜਿਹੀਆਂ ਚੀਜ਼ਾਂ ਬੰਦ ਹੋ ਜਾਣੀਆਂ ਚਾਹੀਦੀਆਂ ਨੇ? ਕਿਉਂਕਿ ਦੇਖੋ, ਇੱਕ ਸਿੱਖ ਧਰਮ ਹੈ, ਕੱਲਾ ਉਹੀ ਧਰਮ ਹੈ ਜਿਸ ਦੇ ਵਿੱਚ ਹੁਣ SGPC ਦੇ ਪ੍ਰਧਾਨ ਦੀਆਂ ਚੋਣਾਂ ਹੋਣਗੀਆਂ, ਉਹ ਵੀ ਕੇਂਦਰ ਸਰਕਾਰ ਡਿਸਾਈਡ ਕਰੂਗੀ। ਮਤਾ ਕਿਉਂ ਨਹੀਂ ਲੈ ਕੇ ਜਾਂਦੀ? ਦੇਖੋ, ਗੱਲ ਇਹ ਹੈ ਕਿ ਪਹਿਲਾਂ ਤੇ ਇਸ ਚੀਜ਼ ਦੇ ਉੱਤੇ ਕੌਮ ਦੇ ਵਿੱਚ ਬਹੁਤ ਸੰਮਤੀ ਬਣਨੀ ਜ਼ਰੂਰੀ ਹੈ ਕਿ ਅਸੀਂ ਕਿੱਦਾਂ ਦਾ VOTING ਸਿਸਟਮ ਰੱਖਣਾ। ਪਹਿਲਾਂ ਤੇ ਇਸ ਦੇ ਉੱਤੇ ਸਿੱਖ ਕੌਮ ਅਜੇ ਇੱਕਮਤ ਹੋਣਾ ਤੇ ਦੂਰ ਦੀ ਗੱਲ ਆ, 71 ਵੀ ਨਹੀਂ ਹੋਈ ਇਸ ਤੇ ਵਿਚਾਰ ਕਰਨ ਲਈ। ਜਿਸ ਤਰ੍ਹਾਂ ਦੀ ਦਸ਼ਾ ਤੇ ਦਿਸ਼ਾ ਦੇ ਵਿੱਚੋਂ ਸਿੱਖ ਰਾਜਨੀਤੀ ਲੰਘ ਰਹੀ ਆ, ਉਹ ਬੜੀ ਖਿੰਡਰੀ ਪੁੰਡਰੀ ਆ। ਸੋ ਇਸ ਕਰਕੇ ਫਿਲਹਾਲ ਤੇ ਇਹੋ ਜਿਹੇ ਹਾਲਾਤ ਹੀ ਨਹੀਂ ਹੈਗੇ ਕਿ ਸਿੱਖ ਆਪਸ ਦੇ ਵਿੱਚ ਧੜੇਬੰਦੀਆਂ ਤੋਂ, ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਇਸ ਗੱਲ ਤੇ ਵਿਚਾਰ ਕਰ ਸਕਣ ਕਿ ਜਿਹੜਾ ਗੁਰਦੁਆਰਾ ਪ੍ਰਬੰਧਕੀ ਸਿਸਟਮ ਆ, ਇਹਨੂੰ ਅਸੀਂ ਸੁਤੰਤਰ ਰੂਪ ਦੇ ਵਿੱਚ ਕਿਵੇਂ ਰੱਖਣਾ ਹੈ। ਇਸ ਕਰਕੇ ਉਹ ਜਿਹੜੀ ਗੱਲ ਆ, ਉਹ ਅਜੇ ਗੱਲ ਵਿਚਾਰ ਦੇ ਵਿੱਚ ਆਈ ਨਹੀਂ ਆ। ਜਦੋਂ ਤੱਕ ਆਪਾਂ ਬੈਠ ਕੇ ਵਿਚਾਰ ਹੀ ਨਹੀਂ ਛੇੜਦੇ, ਇੱਕ ਲੰਬਾ ਸੰਵਾਦ ਚੱਲੇਗਾ, ਉਸ ਤੋਂ ਬਾਅਦ ਵਿਸ਼ਾਲ ਪੱਧਰ ਤੇ ਵਿਚਾਰ ਪ੍ਰਬੰਧ ਉਸਰੇਗਾ, ਫਿਰ ਉਸ ਤੋਂ ਵਿੱਚੋਂ ਜਿਹੜੀ ਆ ਇੱਕ ਗੱਲ ਉੱਭਰ ਕੇ ਆਵੇਗੀ ਕਿ ਆਹ ਸਿਸਟਮ ਸਿੱਖਾਂ ਨੂੰ ਚਾਹੀਦਾ, ਉਸ ਦੇ ਉੱਤੇ ਸਿੱਖ ਜਿਹੜਾ ਸੰਘਰਸ਼ ਕਰਨ ਜਾਂ ਕੇਂਦਰ ਸਰਕਾਰ ਨਾਲ ਗੱਲ ਕਰਨ। ਪਰ ਅਜੇ ਤੱਕ ਤੇ ਇਹੋ ਜਿਹੀ ਕੋਈ ਗੱਲ, ਕਿਉਂਕਿ ਇਹ ਤੇ ਬੁੱਧੀਜੀਵੀ ਪੱਧਰ ਤੇ ਇਹ ਗੱਲ ਉੱਠ ਰਹੀ ਹੈ ਕਿ ਜਿਹੜਾ ਵੋਟ ਸਿਸਟਮ ਹੈ ਗੁਰਮਤ ਦੇ ਅਨੁਸਾਰ ਠੀਕ ਨਹੀਂ ਆ, ਇਹਨੂੰ ਇਹ ਚੀਜ਼ ਜਿਹੜੀ ਸਮੇਂ ਦੇ ਨਾਲ ਇਹ ਖਤਮ ਹੋਣੀ ਚਾਹੀਦੀ ਹੈ, ਇੱਕ ਨਵਾਂ ਪ੍ਰਬੰਧ ਸਾਹਮਣੇ ਆਉਣਾ ਚਾਹੀਦਾ। ਇਹ ਤੇ ਇੱਕ ਇੰਟੈਲੈਕਚੁਅਲ ਪੱਧਰ ਤੇ ਗੱਲ ਉੱਭਰ ਰਹੀ ਹੈ, ਪਰ ਇਸ ਰਾਜਨੀਤਿਕ ਪੱਧਰ ਤੇ ਚੇਤਨਾ ਜਦ ਤੱਕ ਨਹੀਂ ਆਉਂਦੀ ਤਦ ਤੱਕ ਇਸ ਚੀਜ਼ ਨੂੰ ਅਸੀਂ ਅੱਗੇ ਨਹੀਂ ਤੋਰ ਸਕਦੇ। ਕਾਰਨ ਕੀ ਲੱਗਦਾ ਤੁਹਾਨੂੰ, ਕਿਉਂ ਨਹੀਂ ਇਕੱਤਰਤਾ ਹੋ ਸਕੀ ਹੁਣ ਤੱਕ? ਕਿਉਂਕਿ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ, ਕਿਤੇ ਨਾ ਕਿਤੇ ਜਿਹੜੀਆਂ ਜੜ੍ਹਾਂ ਨੇ ਉਹ ਰਾਜਨੀਤਿਕ ਪੱਧਰ ਦੇ ਉੱਤੇ ਜ਼ਿਆਦਾ ਮਜ਼ਬੂਤ ਹੋ ਚੁੱਕੀਆਂ ਨੇ ਕਿ ਹੁਣ ਸਿੱਖ ਸੰਸਥਾਵਾਂ ਨਹੀਂ ਦਿਖ ਰਹੀਆਂ। ਦੇਖੋ, ਸਿੱਖ ਰਾਜਨੀਤੀ ਜਿਹੜੀ ਹੈ ਨਾ, ਸਿੱਖਾਂ ਦੀ ਜਿਹੜੀ ਸਿੱਖ ਪਾਰਟੀਆਂ ਨੇ, ਸਿੱਖਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ, ਜਿਵੇਂ ਮੈਂ ਪਹਿਲਾਂ ਕਰ ਚੁੱਕਿਆ ਕਿ ਉਹਨਾਂ ਦੇ ਉੱਤੇ ਜ਼ਿਆਦਾ ਰਾਜਨੀਤੀ ਹਾਵੀ ਹੋ ਚੁੱਕੀ ਆ। ਧਰਮ ਜਿਹੜਾ ਆ ਉਹ ਥੋੜਾ ਥੱਲੇ ਚਲ ਗਿਆ। ਜਦ ਤੱਕ ਆਪਾਂ ਧਰਮ ਨੂੰ ਉੱਪਰ ਨਹੀਂ ਰੱਖਦੇ, ਪ੍ਰਮੁੱਖਤਾ ਨਹੀਂ ਦਿੰਦੇ, ਤਦ ਤੱਕ ਇਹ ਚੀਜ਼ਾਂ ਜਿਹੜੀਆਂ ਸਾਡੇ ਜਿਹੜੀ ਇਹ ਚਿਣਗ ਜਿਹੜੀ ਆ ਰਾਜਨੀਤੀ ਦੇ ਵਿੱਚ ਨਹੀਂ ਉੱਭਰ ਸਕਦੀ। ਸੋ ਇਸ ਕਰਕੇ ਇਸ ਵੇਲੇ ਸਿੱਖ ਰਾਜਨੀਤੀ ਦੇ ਵਿੱਚ ਜਿਸ ਪੱਧਰ ਦਾ ਨਿਘਾਰ ਆਇਆ, ਉਹਨੂੰ ਚੁੱਕਣ ਦੇ ਲਈ ਪਹਿਲਾਂ ਬਹੁਤ ਤਰੱਦਦ ਕਰਨੇ ਪੈਣਗੇ। ਧਾਰਮਿਕ ਪੱਧਰ ਤੇ ਸਿੱਖਾਂ ਦਾ ਜੀਵਨ ਉੱਪਰ ਚੁੱਕਣਾ ਪਏਗਾ। ਸਿੱਖ ਅੱਜ ਲਾਲਚੀ ਹੋ ਚੁੱਕੇ ਆ। ਸਿੱਖ ਲੀਡਰਾਂ ਦੀ ਗੱਲ ਕਰਦੇ, ਸਿੱਖ ਆਵਾਮ ਵੀ ਵੇਖੋ ਲਾਲਚੀ ਹੋ ਚੁੱਕੀ। ਗੁਰਦੁਆਰਾ ਚੋਣਾਂ ਦੇ ਵਿੱਚ ਸ਼ਰਾਬਾਂ ਚੱਲਦੀਆਂ ਨੇ, ਪੈਸਾ ਚੱਲਦਾ, ਕਈ ਕੁਝ ਚੱਲਦਾ। ਹੁਣ ਇਹਦੇ ਵਿੱਚ ਇਕੱਲਾ ਵੰਡਣ ਵਾਲੇ ਨਹੀਂ ਕਸੂਰਵਾਰ, ਲੈਣ ਵਾਲੇ ਵੀ ਕਸੂਰਵਾਰ ਆ। ਜਦੋਂ ਤੁਸੀਂ ਗੁਰਦੁਆਰਾ ਪ੍ਰਬੰਧ ਚੁਣਨਾ ਆ, ਹੁਣ ਦਿੱਲੀ ਦੇ ਵਿੱਚ ਥੋੜੀ ਦੇਰ ਪਹਿਲਾਂ ਇਲੈਕਸ਼ਨ ਹੋ ਕੇ ਹਟੀ ਆ, ਉੱਥੇ ਬਹੁਤ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਪੈਸਾ ਵੀ ਚੱਲਿਆ ਆ, ਸਾਰਾ ਕੁਝ ਚੱਲਿਆ। ਸੋ ਇਹ ਚੀਜ਼ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਆ ਕਿ ਕਿਉਂ ਹੋ ਰਿਹਾ। ਇਹਦੇ ਲਈ ਸੋਚਣਾ ਪਏਗਾ। ਸੋਚਣ ਤੋਂ ਬਾਅਦ ਇਹ ਜਿਹੜੀ ਚੀਜ਼ ਆ ਉਸ ਨੂੰ ਦੂਰ ਕਰਨ ਦੇ ਲਈ ਸਾਨੂੰ ਇਕਮੁੱਠ ਹੋਣਾ ਪਏਗਾ। ਬਹੁਤ ਗੰਭੀਰ ਵਿਸ਼ਾ ਤਲਵਿੰਦਰ ਜੀ, ਜੇਕਰ ਅਜਿਹੀਆਂ ਸਥਿਤੀਆਂ ਤੋਂ ਸਿੱਖ ਪੰਥ ਨਿਕਲ ਰਿਹਾ ਤਾਂ ਬਹੁਤ ਗੰਭੀਰ ਵਿਸ਼ਾ ਹੈ। ਸੋ ਅਖੀਰ ਜਿਹੜਾ SGPC ਅੱਜ ਕਿਸ ਥਾਂ ਤੇ ਖੜਾ, ਕਿਸ ਤਰ੍ਹਾਂ ਵੇਖਦੇ ਹੋ? SGPC ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਗੱਲ ਕਰ ਲਈਏ, ਕਾਰਜ ਭਾਰ ਨੂੰ ਲੈ ਕੇ ਗੱਲ ਕਰ ਲਈਏ, ਜੋ ਕਿ SGPC ਪ੍ਰਧਾਨ ਵੱਲੋਂ ਜਿਹੜੇ ਕਦਮ ਚੁੱਕੇ ਜਾ ਰਹੇ ਨੇ, ਕਾਰਵਾਈਆਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ, ਉਹ ਸਭ ਤੋਂ ਪਹਿਲਾਂ ਜਿਵੇਂ ਸਾਡਾ ਸਰੀਰ ਆ, ਸਰੀਰ ਤੰਦਰੁਸਤ ਹੋਏਗਾ ਤੇ ਤਾਂ ਹੀ ਐਕਟਿਵ ਹੋਵਾਂਗੇ। ਬਿਲਕੁਲ ਜੀ। ਜਦੋਂ ਤੱਕ ਸਾਡਾ ਸਰੀਰ ਹੀ ਤੰਦਰੁਸਤ ਨਹੀਂ ਆ, ਹੱਥ ਪੈਰ ਸਾਡੇ ਕਿਸੇ ਨੇ ਬੰਨੇ ਆ, ਤਾਂ ਅਸੀਂ ਚਾਹੁੰਦੇ ਆ ਵੀ ਕੁਝ ਨਹੀਂ ਕਰ ਸਕਦੇ। ਸੋ ਮੈਨੂੰ ਲੱਗਦਾ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਉਹਦਾ ਹਾਜ਼ਮਾ ਦਰੁਸਤ ਕਰਨ ਦੀ ਲੋੜ ਆ, ਉਹਨੂੰ ਤੰਦਰੁਸਤ ਕਰਨ ਦੀ ਲੋੜ। ਉਹ ਤੰਦਰੁਸਤ ਤਾਂ ਹੋਏਗੀ ਜੇ ਉਹਦੀ ਜਿਹੜੀ ਆ ਡਿਊ ਪਈਆਂ ਚੋਣਾਂ ਸਮੇਂ ਸਿਰ ਹੋਣ, ਔਰ ਉਹਦੇ ਵਿੱਚ ਵੀ ਕੇਂਦਰ ਸਰਕਾਰ ਦਾ ਦਖਲ ਘਟੇ। ਉਹ ਜੋ ਗੁਰਦੁਆਰਾ ਐਕਟ ਬਣਿਆ ਉਹਦੇ ਮੁਤਾਬਕ ਹੋਣ। ਉਸ ਤੋਂ ਬਾਅਦ ਇਹ ਗੱਲ ਜਿਹੜੀ ਆ ਉਹ ਸਿੱਖ ਰਾਜਨੀਤੀ ਦੇ ਵਿੱਚ ਮਹਿਸੂਸ ਕੀਤੀ ਜਾਵੇ ਕਿ ਅਸੀਂ ਜਿਹੜਾ ਵੋਟਿੰਗ ਪ੍ਰਣਾਲੀ ਜਿਹੜੀ ਆ ਇਹਦੇ ਵਿੱਚ ਕੋਈ ਸੁਧਾਰ ਕਰਨਾ ਜਾਂ ਇਹਨੂੰ ਟੋਟਲ ਰੱਦ ਕਰਨਾ, ਗੁਣਤੰਤਰ ਸਾਹਮਣੇ ਲਿਆਉਣਾ, ਜਾਂ ਅਸੀਂ ਕਿਸ ਤਰ੍ਹਾਂ ਦੀ ਪ੍ਰਕਿਰਿਆ ਰੱਖਣੀ ਆ। ਸੋ ਇਹ ਚੀਜ਼ਾਂ ਜਦੋਂ ਸਾਹਮਣੇ ਆਉਣਗੀਆਂ, ਜਦੋਂ ਇਹਦੇ ਉੱਤੇ ਸੁਧਾਰ ਹੋਏਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਰੋਆਪਣ ਆਏਗਾ, ਉਹਦੇ ਨਾਲ ਹੀ ਜਿਹੜੇ ਚੰਗੇ ਲੀਡਰ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਜਦੋਂ ਚੰਗੇ ਲੀਡਰ ਅੱਗੇ ਆਉਣਗੇ, ਵਿਜ਼ਨਰੀ ਬੰਦੇ ਅੱਗੇ ਆਉਣਗੇ, ਤਾਂ ਉਹ ਕੌਮ ਦੇ ਲਈ, ਧਰਮ ਦੇ ਲਈ, ਮਨੁੱਖਤਾ ਦੇ ਲਈ, ਸਰਬੱਤ ਦੇ ਭਲੇ ਲਈ ਬਿਹਤਰ ਸੋਚਣ ਦੀ ਸਮਰੱਥਾ ਰੱਖਣਗੇ। ਸੋ ਇਹ ਸਨ ਉੱਘੀ ਸ਼ਖਸੀਅਤ ਤੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ, ਜਿਨ੍ਹਾਂ ਨੇ ਪੰਥਕ ਮਸਲਿਆਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ ਨੇ ਤੇ SGPC
ਚੋਣਾਂ ਦੇ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਬਾਰੇ ਵੀ ਖੁੱਲ੍ਹ ਕੇ ਬੋਲੇ ਨੇ। ਐਸਜੀਪੀਸੀ ਚੋਣਾਂ ਦੇ ਵਿੱਚ ਕੀ ਕੁਝ ਕਾਰਗੁਜ਼ਾਰੀ ਜਿਹੜੀ ਪ੍ਰਧਾਨ ਸਾਹਿਬਾ ਵੱਲੋਂ ਕੀਤੀ ਜਾ ਰਹੀ ਹੈ ਉਸ ਬਾਰੇ ਵੀ ਖੁੱਲ੍ਹ ਕੇ ਵਿਚਾਰ ਜਿਹੜੇ ਤਲਵਿੰਦਰ ਸਿੰਘ ਬੁੱਟਰ ਵੱਲੋਂ ਰੱਖੇ ਗਏ ਨੇ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਖਾਸ ਸ਼ਖਸੀਅਤਾਂ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।